ਤੇ ਉਹੀ ਬੱਚਾ ਥੋੜਾ ਜਿਹਾ ਵੱਡਾ ਹੁੰਦਾ ਹੈ, ਥੋੜੇ ਜਿਹੇ ਦਿਨਾਂ ਦਾ, ਮਹੀਨਿਆਂ ਦਾ ਹੁੰਦਾ ਹੈ, ਤੇ ਮਾਂ ਦੇ ਹੱਥ ਪਛਾਣਨ ਲੱਗ ਪੈਂਦਾ ਹੈ। ਹੁਣ ਤੇ ਸਮਾਂ ਕੁਝ ਇਸ ਤਰ੍ਹਾਂ ਦਾ ਹੋ ਗਿਆ, ਬਹੁਤੀਆਂ ਸਿਆਮਣਾਂ ਹੀ ਖਿਡਾਉਂਦੀਆਂ ਨੇ, ਪਰ ਜੇਕਰ ਸਿਆਮਣ ਵੀ ਕੋਈ ਖਿਡਾਏਗੀ ਤਾਂ ਸਿਆਮਣ ਦੇ ਹੱਥ ਵੀ ਪਛਾਣੇਗਾ। ਇੱਥੋਂ ਤੱਕ ਆਪ ਜੀ ਨੂੰ ਪਤਾ ਹੋਵੇ, ਜੇ ਤੁਸੀਂ ਪਿੰਡਾਂ ਦੀ ਜ਼ਿੰਦਗੀ ਪੁਰਾਤਨ ਵੇਖੀ ਹੋਵੇ, ਗਾਂ ਮੱਝ ਨੂੰ ਰੋਜ਼ ਕੋਈ ਪਿਆਰ ਨਾਲ ਚੋਣ ਲੱਗ ਜਾ, ਉਸਦੇ ਹੱਥ ਤੇ ਪੈ ਜਾਂਦੀ ਹੈ, ਉਹਦੇ ਹੱਥ ਪਛਾਣਦੀ ਹੈ, ਦੂਸਰੇ ਕੋਲੋਂ ਨਹੀਂ ਮਿਲਦੀ। ਇੰਨੀ ਪਛਾਣ ਹੈ। ਅਸੀਂ ਕਈ ਵਾਰੀ ਪਿੰਡਾਂ ਵਿੱਚ ਦੇਖਦੇ ਹਾਂ, ਜੇਕਰ ਨੌਕਰ ਕੋਈ ਰੋਜ਼ ਧਾਰ ਕੱਢਦਾ, ਜੇ ਮਾਲਕ ਕੱਢਣ ਲੱਗੇ ਉਹਦੇ ਕੋਲ ਨਹੀਂ ਮਿਲਦੀ, ਹੱਥ ਪਛਾਣਦੀ ਹੈ। ਇੱਕ ਪਸ਼ੂ ਹੱਥ ਪਛਾਣਦਾ ਹੈ। ਤੇ ਜਿਸ ਦਿਨ ਸਿੱਖ ਗੁਰੂ ਨੂੰ ਪਛਾਣਨਾ ਸ਼ੁਰੂ ਕਰ ਦੇਵੇ, ਫਿਰ ਬੱਚਾ ਪਛਾਣਦਾ ਮਾਂ ਨੂੰ, ਹੋਰ ਕਿਸੇ ਕੋਲ ਜਾ ਕੇ ਰੋਂਦਾ, ਮਾਂ ਦੀ ਗੋਦ ਵਿੱਚ ਆਇਆ ਚੁੱਪ ਕਰ ਜਾਂਦਾ ਹੈ। ਬੱਚਾ ਮਾਂ ਨੂੰ ਪਛਾਣਦਾ ਹੈ, ਹੋਰ ਕਿਸੇ ਦੀ ਗੋਦ ਵਿੱਚ ਰੋਂਦਾ ਤੇ ਮਾਂ ਕੋਲ ਆਉਂਦਿਆਂ ਚੁੱਪ ਕਰ ਜਾਂਦਾ ਹੈ। ਜੀਵ ਜਿੰਨਾ ਚਿਰ ਸੰਸਾਰ ਨੂੰ ਪਛਾਣਦਾ, ਰੋਂਦਾ ਹੀ ਰੋਂਦਾ ਰਹੇਗਾ, ਗੁਰੂ ਨੂੰ ਪਛਾਣ ਲਏਗਾ ਜਿਸ ਦਿਨ ਸੁਖੀ ਹੋ ਜਾਏਗਾ। ਜਿੰਨਾ ਚਿਰ ਸੰਸਾਰ ਪਛਾਣੇਗਾ ਦੁਖੀ ਹੋਏਗਾ, ਰੋਏਗਾ। ਜਿੰਨਾ ਸੰਸਾਰ ਬਹੁਤਾ ਪਛਾਣੇਗਾ ਉਹਨਾਂ ਬਹੁਤਾ ਦੁਖੀ ਹੋਏਗਾ। ਇਹ ਮੈਂ ਬੇਨਤੀ ਕਰਦੇ ਹਾਂ, ਇਹ ਤੁਹਾਡਾ ਵੀ ਨਿੱਜੀ ਤਜਰਬਾ ਹੋਏਗਾ, ਮੇਰਾ ਵੀ ਹੈ। ਜਿੰਨਾ ਸੰਸਾਰ ਕੋਈ ਬਹੁਤਾ ਪਛਾਣੇਗਾ ਉਨਾ ਹੀ ਦੁਖੀ ਹੋਏਗਾ। ਜਿੰਨਾ ਸੰਸਾਰ ਬਹੁਤਾ ਭੁੱਲੇਗਾ, ਰੱਬ ਨੂੰ ਪਛਾਣੇਗਾ, ਸੁਖੀ ਹੋ ਜਾਏਗਾ। ਜਿਉਂ-ਜਿਉਂ ਰੱਬ ਨੂੰ ਪਛਾਣੇਗਾ ਤਿਉਂ-ਤਿਉਂ ਸੁਖੀ ਹੁੰਦਾ ਚਲਾ ਜਾਏਗਾ। ਜਿਉਂ-ਜਿਉਂ ਸੰਸਾਰ ਨੂੰ ਪਛਾਣੇਗਾ ਤਿਉਂ-ਤਿਉਂ ਹੋਰ ਦੁਖੀ, ਹੋਰ ਦੁਖੀ, ਹੋਰ ਦੁਖੀ। ਇਸ ਵਾਸਤੇ ਸੰਸਾਰ ਦੀ ਪਛਾਣ ਜਿਹੜੇ ਬਹੁਤੇ ਰੱਖਦੇ ਨੇ ਉਹ ਬਹੁਤੇ ਦੁਖੀ ਹੁੰਦੇ ਨੇ। ਜਿੰਨੀ ਸੰਸਾਰ ਦੀ ਪਛਾਣ ਅੰਦਰ ਘੱਟ ਹੋਏਗੀ ਉਨਾ ਹੀ ਬੰਦਾ ਸੁਖੀ ਹੋਏਗਾ। ਜਿਨ੍ਹਾਂ ਨੇ ਸੰਸਾਰ ਦੀ ਪਛਾਣ ਕਰਨੀ ਹੈ ਉਹ ਸੁਖਮਣੀ ਸਾਹਿਬ ਨਹੀਂ ਪੜ੍ਹਦੇ, ਜਿਉਂ ਲੱਗਦੇ ਨੇ ਅਖਬਾਰ ਪੜ੍ਹਨ 3 ਘੰਟੇ ਅਖਬਾਰ ਹੀ ਪੜ੍ਹਦੇ ਰਹਿੰਦੇ ਨੇ, ਕਿਉਂਕਿ ਸੰਸਾਰ ਦੀ ਪਛਾਣ ਹੈ। ਜਿਨ੍ਹਾਂ ਨੇ ਨਿਰੰਕਾਰ ਦੀ ਪਛਾਣ ਕਰਨੀ ਉਹ ਅਖਬਾਰ ਵੱਲ ਮਾੜੀ ਮੋਟੀ ਝਾਤੀ ਮਾਰਦੇ ਨੇ, ਬਲ ਉਹ ਵੀ ਛੁੱਟ ਜਾਂਦੀ ਹੈ ਹੌਲੀ ਹੌਲੀ। ਉਹ ਕਹਿੰਦੇ ਨੇ ਕੀ ਇਹਨੂੰ ਵੇਖਣਾ ਹੈ। ਨਹੀਂ ਤੇ ਬੰਦੇ ਬਾਜਾਂ ਨੂੰ ਆਦਤ ਹੈ 3 ਘੰਟੇ 4 ਘੰਟੇ ਅਖਬਾਰ ਤੇ ਲਾ ਦੇਣਗੇ ਸੰਸਾਰ ਪਛਾਣਨ ਵਾਸਤੇ, ਤੇ ਆਖੋ ਪਾਠ ਕਰ, ਕਹਿੰਦਾ ਟਾਈਮ ਨਹੀਂ। ਸੁਖਮਨੀ ਸਾਹਿਬ ਤੇ ਘੰਟਾ ਸਵਾ ਲੱਗਦਾ, ਕਹਿੰਦਾ ਨਹੀਂ ਟਾਈਮ ਨਹੀਂ, ਅਖਬਾਰ 3 ਘੰਟੇ ਪੜ੍ਹਦਾ ਹੈ। ਮੈਂ ਅੱਜ ਕਰਾਂ ਆਪ ਜੀ ਨੂੰ, ਸੰਸਾਰ ਪਛਾਣਨ ਵਾਲੇ 3 ਘੰਟੇ 2 ਘੰਟੇ ਟੀਵੀ ਅੱਗੇ ਥੀਏਟਰਾਂ ਵਿੱਚ ਪਿਕਚਰਾਂ ਵੇਖਦੇ ਰਹਿਣਗੇ, ਨਿਤਨੇਮ ਨਹੀਂ ਕਰਨਗੇ, ਕਹਿੰਦੇ ਟਾਈਮ ਨਹੀਂ। ਟੀਵੀ ਦੇ ਅੱਗੇ 3 ਘੰਟੇ ਬੈਠਣ ਦਾ ਟਾਈਮ ਹੈ, ਥੀਏਟਰ ਵਿੱਚ ਜਾ ਕੇ 2 ਘੰਟੇ ਟਾਈਮ ਹੈ, ਸ਼ਾਮ ਨੂੰ ਪਾਰਟੀ ਵਿੱਚ ਜਾਣ ਵਾਸਤੇ ਟਾਈਮ ਹੈ, ਪਰ ਪਾਠ ਰਹਿਰਾਸ ਵਾਸਤੇ ਟਾਈਮ ਨਹੀਂ, ਕਿਉਂਕਿ 15-20 ਮਿੰਟ ਲੱਗਦੇ ਨੇ। ਤੇ ਕੀ ਇਹ ਕੇਵਲ ਸੰਸਾਰ ਦੀ ਪਛਾਣ ਹੈ। ਜਿਉਂ-ਜਿਉਂ ਸੰਸਾਰ ਦੀ ਪਛਾਣ ਵਧੇਗੀ ਤਿਉਂ-ਤਿਉਂ ਦੁੱਖ ਵੀ ਵਧਣਗੇ, ਕਿਉਂਕਿ ਜਿਹਦੇ ਨਾਲ ਬਹੁਤੀ ਪਛਾਣ ਹੋਵੇ ਉਹਦੇ ਨਾਲ ਨਜ਼ਦੀਕੀ ਹੁੰਦੀ। ਸੰਸਾਰ ਦੁੱਖ ਰੂਪ, ਇਹਦੇ ਨਾਲ ਬਹੁਤੀ ਪਛਾਣ ਹੋਗੀ ਤਾਂ ਦੁਖੀ ਤੇ ਹੋਣਾ ਹੀ ਹੋਣਾ ਹੈ। ਤੇ ਜਿਨ੍ਹਾਂ ਨੂੰ ਪਛਾਣ ਆ ਗਈ ਵੀ ਸੁੱਖ ਕੀ ਹੈ, ਉਹਨਾਂ ਨੇ ਕਹਿ ਦਿੱਤਾ ਬਾਬਾ ਬਿਖ ਦੇਖਿਆ ਸੰਸਾਰ, ਰੱਖਿਆ ਕਰੋ ਗੁਸਾਈ ਮੇਰੇ ਮੈਂ ਨਾਮ ਤੇਰਾ ਆਧਾਰ। ਜਿਨ੍ਹਾਂ ਨੇ ਸਮਝਿਆ ਕਿ ਸੰਸਾਰ ਵਾਕਿਆ ਹੀ ਦੁੱਖ ਰੂਪ ਹੈ, ਉਹਨਾਂ ਨੇ ਕਹਿ ਦਿੱਤਾ ਬਾਬਾ ਫਰੀਦ ਨੇ, ਹੱਥ ਨਾ ਲਾਈ ਕੁਸੰਬੜਾ ਜਲ ਜਾਸੀ ਟੋਲਾ। ਉਹਨਾਂ ਨੂੰ ਪਤਾ ਸੀ ਕਿ ਇਹ ਦੁੱਖ ਰੂਪ ਹੈ, ਇਸ ਵਾਸਤੇ ਉਹਨਾਂ ਨੇ ਹੱਥ ਪਛਾਣ ਕੀਤੀ ਇਹਦੀ। ਉਹਨਾਂ ਨੇ ਆਖਿਆ ਇਹਨੂੰ ਜਿੰਨਾ ਬਹੁਤਾ ਪਛਾਣੇਗਾ ਉਨਾ ਹੀ ਦੁਖੀ ਹੋਏਗਾ। ਇਸ ਵਾਸਤੇ ਮਹਾਰਾਜ ਇਹ ਆਂਦੇ ਨੇ ਜਿਨ੍ਹਾਂ ਨੇ ਇੱਕ ਨੂੰ ਪਛਾਣਿਆ ਹੈ, ਤੇ ਇੱਕ ਕੇਵਲ ਪਰਮਾਤਮਾ ਤੇ ਇੱਕ ਕੇਵਲ ਸੱਚ ਹੈ। ਬਸ ਸੱਚ ਇੱਕ ਹੈ ਤੇ ਪਰਮਾਤਮਾ ਵੀ ਇੱਕ ਹੈ। ਸੱਚ ਹੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਸੱਚ ਹੈ। ਜਿਨ੍ਹਾਂ ਨੇ ਵੀ ਇੱਕ ਨੂੰ ਪਛਾਣ ਲਿਆ ਹੈ, ਜਿੰਨੀ ਅਨੇਕਤਾ ਅੰਦਰ ਵਧੀ ਹੈ ਉਨੀ ਹੀ ਰੱਬ ਦੀ ਪਛਾਣ ਘਟੀ ਹੈ। ਜਿੰਨਾ ਅਨੇਕਤਾ ਤੋਂ ਇੱਕ ਵਾਲੇ ਪਾਸੇ ਆਇਆ ਹੈ ਉਨੀ ਰੱਬ ਦੀ ਪਛਾਣ ਵਧੀ ਹੈ। ਯਾਦ ਰੱਖਣਾ, ਜਿਹੜਾ ਸਾਰਿਆਂ ਵਿੱਚ ਇੱਕ ਨੂੰ ਵੇਖਦਾ ਉਦੋਂ ਵੱਡਾ ਕੋਈ ਗੁਰਮੁਖ ਨਹੀਂ ਦੁਨੀਆ ਤੇ। ਸਭ ਤੋਂ ਵੱਡਾ ਗੁਰਮੁਖ ਜੇ ਲਿਸਟ ਬਣਾਣੀ ਹੋਵੇ ਜਿਹੜਾ ਸਾਰਿਆਂ ਵਿੱਚ ਇੱਕ ਵੇਖੇ।
ਤੇ ਜਿਹੜਾ ਇੱਕ ਵਿੱਚ ਅਨੇਕ ਵੇਖੇ ਉਹਦੇ ਵਰਗਾ ਮਨਮੁਖ ਕੋਈ ਨਹੀਂ। ਜਦ ਸਾਰਿਆਂ ਵਿੱਚ ਹੀ ਪਰਮੇਸ਼ਰ ਇੱਕ ਹੈ, ਦੱਸੋ ਫਿਰ ਕੀ ਝਗੜਾ ਹੈ, ਫਿਰ ਕੀ ਈਰਖਾ ਹੈ? ਜਦ ਆਪਣਾ ਆਪ ਹੀ ਸਾਰਿਆਂ ਵਿੱਚ ਹੈ, ਫਿਰ ਕੀ ਦੂਰੀ? तो गुरु साहब कह रहे ने, कृपा कर रहे ने, महाराज कहने एक को एक एक पछाना है। जेड़े केवल महाराज ने 3 बारी तां लिखिया है, मन करके, बचना करके, कर्मा करके। जेड़े लोग केवल इक्को नूं पछाणदे ने, उन्होंने इक्को ही पछाणिया है। व्यवहारिक दृष्टि विच असीं कई बारी एक पछाणने आ, पर परमार्थ दृष्टि विच एक नहीं पछाणदे। व्यवहारिक दृष्टि विच शराब सोना ही पछाणदा पिया सारे गहणिਆਂ ਵਿੱਚੋਂ, ਉਹਦੇ ਹਿਸਾਬ ਨਾਲ ਕੀਮਤ ਲਾ ਕੇ ਪੈਸੇ ਦਿੰਦਾ ਹੈ। ਚਾਂਦੀ ਦੇ ਗਹਿਣਿਆਂ ਵਿੱਚੋਂ ਕੇਵਲ ਚਾਂਦੀ ਪਛਾਣ ਲਿਆ, ਉਹਦੇ ਹਿਸਾਬ ਨਾਲ ਲਾ ਕੇ ਪੈਸੇ ਦਿੰਦਾ ਹੈ। व्यवहारिक दृष्टि ਤੇ ਪਛਾਣ ਲਿਆ ਹੈ। ਤੁਸੀਂ ਕਿਸੇ ਬੈਂਕ ਵਿੱਚ ਚਲੇ ਜਾਓ, ਕਿਸੇ ਕੋਲੋਂ ਬਾਹਰ ਚਲੇ ਜਾਓ, ਡਾਲਰ ਵਟਾਣੇ ਹੋਣ ਭਾਰਤ ਵਿੱਚ, ਜੋ ਭਾਅ ਹੋਏਗਾ ਉਹ ਪਛਾਣ ਲਿਆ, ਕਹਿੰਦਾ ਆ ਦਿਆਂਗਾ। व्यवहार विच ते दृष्टि पूरी कर रही है, समझ पूरी काम कर रही है, पर परमार्थ विच नहीं काम कर रही। परमार्थ विच एक नहीं वेख रहा सारिਆਂ 'ਚ। तो गुरु साहब कह रहे ने, कृपालता कर रहे ने। लोकी जेडे मिक्सिंग करते हैं, जेडे सियाणे बंदे ने विचों मिक्सिंग कढ़ देंदे ने। तुसीं चौल मिक्सिंग करो बासमती दे, इंडिया विच ऐसे ऐसे बंदे ने जेडे दूसरा दाना कढ़ के बाहर रखते हैं, बासमती नहीं हैगी। ਤੇ ਜਿਸ ਤਰ੍ਹਾਂ ਬਾਸਮਤੀ ਦੇ ਸਿਆਣੇ ਬੰਦੇ ਨੇ ਵਿੱਚੋਂ ਦੂਜਾ ਦਾਣਾ ਕੱਢ ਦਿੱਤਾ, ਗੁਰਮੁਖ ਆਪਣੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਦ્વੈਤ ਕੱਢ ਦੇਵੇ, ਤਾਂ ਹੀ ਤੇ ਗੁਰਮੁਖ ਬਣੇਗਾ। ਦੂਜਾ ਦਿਸਣਾ ਹਟ ਜਾਏ ਤਾਂ ਹੀ ਤੇ ਗੁਰਮੁਖ ਬਣੇਗਾ, ਤਾਂ ਹੀ ਤੇ ਸੰਤ ਬਣੇਗਾ, ਤਾਂ ਹੀ ਤੇ ਭਗਤ ਬਣੇਗਾ। तो गुरु साहब कह रहे हैं एक को एक एक पछाना है, जिसने केवल मन बच कर्म करके इक्को नूं पछाणिया, बस। दूजा उन्होंने हुण दिसदा ही नहीं, क्यों? दूजा है नहीं सी पहला भी, तेरा भरम सी, तेरी अज्ञानता सी, है नहीं दूसरा। जेकर दूसरा किते हुंदा ते सतगुरु कदी ना कहंदे साहिब मेरा एको है, भाई एको है, सबना जियां का एक दाता। की लोड़ सी गुरु साहब नूं कहण दी, एक पिता एकस के हम बारक। है दो नहीं, दो तेरे बन बैठे ने। जदों अखां दी माड़ी जी नज़र कमजोर होवे ते इमेज दो नज़र आउंदे ने। ते जिन्ने भी अखां दे डॉक्टर ने, तुसीं बेशक किसी हॉस्पिटल च दुनिया के किसी कोने चले जाओ, उन्होंने लिख के लाया है जिन्हों इमेज दो दिसन फटाफट साडे कोल आवे, उहदियां अखां नूं भावें लैंस लान, भावें ऐनक लान, भावें किस तरह भी करन। याद रखना, संसार दे डॉक्टर संसारी दृष्टि दे सकते ने, पर दिव्य दृष्टि ते पूर्ण गुरु ही देंदा है। आत्म दृष्टि पूर्ण गुरु देंदा है, तत्व दृष्टि गुरु ही देंदा है। तो महाराज कह रहे ने, कृपा कर रहे ने। हाँ जी, सोजी जाने। महाराज कहने जिसने भी एक नूं पछाण लिया, उसने लोक परलोक दे विच जीवन जुगत नूं सोझी आ गई। इत उत की ओ सोझी जाने, उसनूं पता लग जाता कि लोक विच किस दी पहचान करांगे ते परलोक विच ओ काम आवेगा। मैं अर्ज करदा आप जी नूं, संसार ते एक नियम है, एक देश विचों दूसरे देश जाना होवे पासपोर्ट चाहिए है। पासपोर्ट एक आइडेंटिफिकेशन है, एक कंट्री तो दूसरी कंट्री, देश तो देश जान दे। मैं बेनती कर देना, लोक तो परलोक जान वास्ते भी एक पासपोर्ट है, वो केवल नाम दा शब्द है। केवल पूर्ण गुरु बनांदा है, वो सत्संगत विच बनदा है। सत्संगत एक दफ्तर है जिथों पासपोर्ट इशू हुंदा है। जिदे कोल संसारी पासपोर्ट नहीं, वो संसार तो एक देश तो दूसरे देश नहीं जा सकता। चोरी छिपे जाएगा जेकर संसार विच माड़ी मोटी ठगी चल जाए, निरंकार दे घर नहीं चल सकती। एक देश तो देश जान वास्ते पासपोर्ट चाहिए है, प्रीतम दे देश जान वास्ते भी पासपोर्ट चाहिए, पर वो शब्द दा नाम दा है, उस तो बगैर नहीं एंट्री हो सकती। वो गुरु साहब कह रहे हैं इस पंक्ति अंदर, कृपा करते ने, नाम दा पासपोर्ट चाहिए, शब्द दा पासपोर्ट चाहिए। गुरु साहब कहते हैं
ਇਹ ਤੁਤ ਕੀਓ ਸੋਝੀ ਜਾਣੈ। ਉਸਨੇ ਲੋਕ ਪਰਲੋਕ ਦੀ ਇਸ ਗੱਲ ਨੂੰ ਬੁੱਝ ਲਿਆ, ਸੋਝੀ ਆ ਗਈ। ਉਸਨੂੰ ਇਹ ਸੋਝੀ ਆ ਗਈ, ਪਤਾ ਲੱਗ ਗਿਆ ਕਿ ਸੰਸਾਰ ਵਿੱਚ ਕਿਹਦੀ ਪਹਿਚਾਨ ਕਰਾਂ ਜਿਹੜਾ ਪਰਲੋਕ ਵਿੱਚ ਵੀ ਕੰਮ ਆਵੇ। ਇਹ ਹੈ ਸੋਝੀ ਆਉਣੀ। ਸੰਸਾਰ ਵਿੱਚ ਕੀ ਕਮਾਵਾਂ ਜਿਹੜਾ ਪਰਲੋਕ ਵਿੱਚ ਵੀ ਨਾਲ ਜਾਏ। ਸੰਸਾਰ ਵਿੱਚ ਕੀ ਇਕੱਠਾ ਕਰਾਂ ਜਿਹੜਾ ਪਰਲੋਕ ਵਿੱਚ ਵੀ ਮੇਰੀ ਮਦਦ ਕਰੇ। ਤੇ ਆਪ ਜੀ ਨੇ ਬਹੁਤ ਵਿਸਤਾਰ ਨਾਲ ਗੁਰੂ ਅਰਜਨ ਸਾਹਿਬ ਨੇ ਪਿਛਲੀ ਅਸ਼ਟਪਦੀਆਂ ਵਿੱਚ ਸ਼ੁਰੂ ਵਿੱਚ ਬਿਆਨ ਕੀਤਾ ਸੀ, ਜਹ ਪੰਥ ਤੇਰਾ ਕੋ ਨਾ ਸਜਾਣੋ, ਹਰ ਕਾ ਨਾਮ ਤੇ ਨਾਲ ਪਛਾਣੋ। ਸਤਿਗੁਰੂ ਨੇ ਬਖਸ਼ਿਸ਼ ਕੀਤੀ, ਕਿਰਪਾ ਕੀਤੀ। ਇੱਥੇ ਵੀ ਮਹਾਰਾਜ ਕਿਰਪਾ ਕਰ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਕੇਵਲ ਇੱਕ ਨੂੰ ਪਛਾਣ ਲਿਆ ਉਹਨਾਂ ਨੂੰ ਲੋਕ ਤੇ ਪਰਲੋਕ ਦੀ ਸੋਝੀ ਆ ਗਈ। ਨਹੀਂ ਤੇ ਆਮ ਤੌਰ ਤੇ ਸਾਰੀ ਉਮਰ ਲੰਘ ਜਾਂਦੀ ਹੈ, ਬੰਦਾ ਸਮਝਦਾ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਖਾਓ ਪੀਓ ਮौज ਕਰੋ, ਬਸ ਇਹੀ ਹੈ ਜੀਵਨ। ਤਾਂ ਗੁਰੂ ਸਾਹਿਬ ਨੇ ਬਾਣੀ ਵਿੱਚ ਜਪਜੀ ਸਾਹਿਬ ਚ ਆਖਿਆ ਕੇਤੇ ਲੈ ਲੈ ਮੁੱਕਰ ਪਾਏ, ਕੇਤੇ ਮੂਰਖ ਖਾਈ ਖਾਏ। ਕਿੰਨੇ ਜੀਵ ਨੇ ਜਿਹੜੇ ਸੰਸਾਰ ਵਿੱਚ ਗੁਰੂ ਕੋਲੋਂ ਦਾਤ ਲੈਂਦੇ ਨੇ ਤੇ ਫਿਰ ਦਾਤੇ ਨੂੰ ਯਾਦ ਹੀ ਨਹੀਂ, ਕੋ ਭੁੱਲ ਜਾਂਦੇ ਨੇ, ਮੁੱਕਰ ਜਾਂਦੇ ਨੇ। ਕਿੰਨੇ ਜੀਵ ਨੇ ਜਿਹੜੇ ਲੈਂਦੇ ਉਹਦੇ ਕੋਲ ਨੇ, ਖਾਂਦੇ ਉਹਦਾ ਨੇ, ਪਰ ਗਾਉਂਦੇ ਸੰਸਾਰ ਦਾ ਨੇ। ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਇਹ ਬਖਸ਼ਾ ਮੈਨੂੰ ਤੁਹਾਨੂੰ ਦੇ ਰਹੇ ਨੇ। ਏਕੋ ਏਕ ਏਕ ਪਛਾਨਾ, ਜਿਸਨੇ ਵੀ ਕੇਵਲ ਇੱਕ ਤੇ ਇੱਕ ਨੂੰ ਮਨ ਬਚ ਕਰਮ ਕਰਕੇ ਪਛਾਣ ਲਿਆ, ਉਸਨੇ ਸਮਝੋ ਸੰਸਾਰ ਵਿੱਚ ਰਹਿੰਦਿਆਂ ਲੋਕ ਤੇ ਪਰਲੋਕ ਦੀ ਸੋਝੀ ਪ੍ਰਾਪਤ ਕਰ ਲਈ। ਉਹਨੂੰ ਪਤਾ ਲੱਗ ਗਿਆ ਜੀਵਨ ਕੀ ਹੈ। ਹਾਂਜੀ, नाम संग जिसका मन मान्या। ਆ ਦੇਖਿਆ, ਆ ਹੈ ਪਾਸਪੋਰਟ, ਆਇਡੈਂਟੀਫਿਕੇਸ਼ਨ। ਮਹਾਰਾਜ ਕਹਿੰਦੇ ਨੇ ਨਾਮ ਸੰਗ ਜਿਸਕਾ ਮਨ ਮੰਨਿਆ। ਯਾਦ ਰੱਖਣਾ, ਨਾਮ ਨਾਲ, ਸ਼ਬਦ ਨਾਲ ਮਨ ਨੇ ਜੁੜਨਾ ਹੈ, ਤਨ ਨੇ ਨਹੀਂ। ਸਾਡੀ ਬਹੁਤੀ ਕੋਸ਼ਿਸ਼ ਕੇਵਲ ਤਨ ਦੀ ਹੋਈ ਹੈ ਸ਼ਬਦ ਨਾਲ। ਜਿੰਨਾ ਚਿਰ ਸੁਰਤ ਨਹੀਂ ਸ਼ਬਦ ਨਾਲ ਜੁੜਦੀ ਉਹਨਾਂ ਚਿਰ ਮੂੰਹ ਚੋਂ ਭਾਵੇਂ ਕਈ ਸਾਲ ਹੋ ਗਏ ਨੇ ਪਾਠ ਕਰਦਿਆਂ, ਪਰ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਈ। ਕਿਉਂ ਨਹੀਂ ਆਈ? ਕਿਉਂਕਿ ਮਨ ਨਹੀਂ ਜੁੜਿਆ। ਕਈ ਵਾਰੀ ਬੰਦਾ ਕਹਿੰਦਾ ਮੈਂ 10 ਸਾਲ ਤੋਂ 20 ਸਾਲ ਤੋਂ ਗੁਰਦੁਆਰੇ ਵੀ ਜਾ ਰਿਹਾ, ਪਾਠ ਵੀ ਕਰ ਰਿਹਾ, ਗੱਲ ਨਹੀਂ ਬਣ ਰਹੀ। ਤੇ ਗੱਲਾਂ ਦੋ ਹੀ ਨੇ, ਇੱਕ ਤੇ ਬਾਣੀ ਪੜ੍ਹਦਾ ਵਿਚਾਰਦਾ ਨਹੀਂ। ਜਿਉਂ-ਜਿਉਂ ਬਾਣੀ ਦੀ ਵਿਚਾਰ ਸ਼ੁਰੂ ਹੋਏਗੀ ਤਿਉਂ ਸੁਰਤ ਠਹਿਰਨੀ ਸ਼ੁਰੂ ਹੋਏਗੀ, ਮਨ ਉਸਦਾ ਰਸ ਲੈਣਾ ਸ਼ੁਰੂ ਕਰੇਗਾ। ਨਹੀਂ ਤੇ ਕੇਵਲ ਰੂਟੀਨ ਬਣੀ ਹੋਈ ਹੈ ਨਿਤਨੇਮ ਦੀ ਵੀ ਸਵੇਰੇ ਪਾਠ ਕਰਨਾ ਹੈ। ਤੇ ਸਤਿਗੁਰੂ ਕਹਿੰਦੇ ਨੇ, ਮਹਾਰਾਜ ਨੇ ਨਹੀਂ ਲਿਖਿਆ ਨਾਮ ਸੰਗ ਜਿਸ ਕਾ ਤਨ ਮਾਨਿਆ, ਲਿਖਿਆ ਨਾਮ ਸੰਗ ਜਿਸ ਕਾ ਮਨ ਮਾਨਿਆ। ਸਤਿਗੁਰੂ ਨੂੰ ਪਤਾ ਹੈ ਤਨ ਭਾਵੇਂ ਨਾਮ ਨਾਲ ਮੰਨੇ ਪਿਆ ਕੁਛ ਨਹੀਂ ਬਣਨਾ ਜਿੰਨਾ ਚਿਰ ਪਹਿਲਾਂ ਮਨ ਨਾ ਮੰਨੇ। ਕਿਉਂਕਿ ਜੇ ਮਨ ਮੈਲਾ ਫਿਰ ਸਭ ਕੁਝ ਹੀ ਮੈਲਾ ਹੈ। ਫਿਰ ਕਿਸੇ ਵੇਲੇ ਵੀ ਠੇਡਾ ਲੱਗ ਸਕਦਾ ਹੈ, ਕਿਸੇ ਵੇਲੇ ਵੀ ਕੋਈ ਵਿਕਾਰ ਆਪਣੇ ਵੱਲ ਖਿੱਚ ਸਕਦਾ ਹੈ, ਕਿਸੇ ਵੇਲੇ ਵੀ ਕੋਈ ਬਿਰਤੀ ਹਾਵੀ ਹੋ ਸਕਦੀ ਹੈ ਵਿਕਾਰ ਵਾਲੀ। ਤੇ ਜਦੋਂ ਮਨ ਜੁੜ ਗਿਆ ਬਸ, ਮਨ ਨਹੀਂ ਤੇ ਆਦੇਸ਼ ਦੇਣਾ ਸੀ। ਮਨ ਵਿੱਚ ਮਾੜਾ ਤੱਕਣ ਦਾ ਸੰਕਲਪ ਆਇਆ ਤੇ ਅੱਖਾਂ ਨੂੰ ਉਹਨੇ ਹੁਕਮ ਦਿੱਤਾ ਮਾੜਾ ਵੇਖ। ਮਨ ਨੇ ਮਾੜਾ ਸੰਕਲਪ ਲਿਆ ਨਿੰਦਿਆ ਦਾ ਤੇ ਕੰਨਾਂ ਨੂੰ ਹੁਕਮ ਦਿੱਤਾ ਨਿੰਦਿਆ ਸੁਣ। ਮਨ ਵਿੱਚ ਮਾੜਾ ਸੰਕਲਪ ਆਇਆ ਤੇ ਜੀਵ ਨੂੰ ਉਹਨੇ ਹੁਕਮ ਦਿੱਤਾ ਨਿੰਦਿਆ ਕਰ। ਮਨ ਵਿੱਚ ਮਾੜਾ ਸੰਕਲਪ ਆਇਆ ਤੇ ਉਹਨੇ ਪੈਰਾਂ ਨੂੰ ਹੁਕਮ ਦਿੱਤਾ ਮਾੜੀ ਥਾਂ ਚੱਲ ਕੇ ਜਾਓ। ਮਨ ਵਿੱਚ ਮਾੜਾ ਸੰਕਲਪ ਚੋਰੀ ਦਾ ਆਇਆ ਤੇ ਹੱਥਾਂ ਨੂੰ ਉਹਨੇ ਹੁਕਮ ਦਿੱਤਾ ਵਿੱਚ ਕਿਸੇ ਦੀ ਚੀਜ਼ ਚੁੱਕੋ। ਤੇ ਜਦ ਮਨ ਸੰਕਲਪ ਹੀ ਨਾ ਦੇਵੇਗਾ, ਬੀਜ ਹੀ ਨਹੀਂ ਹੋਏਗਾ ਤੇ ਬੂਟਾ ਕਿੱਥੋਂ ਉੱਗੇਗਾ? ਜਦ ਬੀਜ ਹੀ ਨਹੀਂ ਹੋਏਗਾ ਬੂਟਾ ਕਿੱਥੋਂ ਉੱਗੇਗਾ? ਤੇ ਸਤਿਗੁਰੂ ਕਹਿ ਰਹੇ ਨੇ ਨਾਮ ਸੰਗ ਜਿਸ ਕਾ ਮਨ ਮੰਨਿਆ। ਸਤਿਗੁਰੂ ਕਹਿੰਦੇ ਜਿਹਦਾ ਸ਼ਬਦ ਨਾਲ ਮਨ ਮੰਨ ਗਿਆ, ਬਸ ਜਿਹਦਾ ਮਨ ਸ਼ਬਦ ਦੇ ਘੇਰੇ ਵਿੱਚ ਆ ਗਿਆ, ਫਿਰ ਉਹ ਮਨ ਕੀ ਹੋ ਜਾਏਗਾ? ਉਹ ਉਨਮਨ ਅਵਸਥਾ ਵਿੱਚ ਚਲਾ ਜਾਏਗਾ। ਜਦੋਂ ਮਨ ਸ਼ਬਦ ਦੇ ਘੇਰੇ ਵਿੱਚ ਆ ਗਿਆ ਫਿਰ ਇਹ ਮਨ ਰਹੇਗਾ ਹੀ ਨਹੀਂ। ਫਿਰ ਤੇ ਸਤਿਗੁਰ ਕਹਿੰਦੇ ਨੇ ਇਹ ਤਿੰਨਾਂ ਲੋਕਾਂ ਦੀਆਂ ਗੱਲਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਸ ਅਵਸਥਾ ਤੇ ਪਹੁੰਚ ਜਾਏਗਾ।
ਕਿਉਂ? ਕਿਉਂਕਿ ਇਸ ਨੂੰ ਸੰਗਤ ਜੋ ਹੋਈ। ਤੁਸੀਂ ਘਰਾਂ ਵਿੱਚ ਆਮ ਤੌਰ ਤੇ ਕਈ ਲੋਕ ਮਨੀ ਪਲਾਂਟ ਲਾਉਂਦੇ ਨੇ, ਇੱਕ ਰੱਸੀ ਬੰਨ੍ਹਦੇ ਨੇ ਉੱਤੇ, ਉਹ ਜਿਉਂ ਹੀ ਉਹਦੀ ਪਕੜ ਕਰਦੀ ਹੈ ਰੱਸੀ ਦੇ ਉੱਤੇ ਚੜ ਜਾਂਦੀ ਹੈ, ਤੇ ਜੇ ਰੱਸੀ ਖੋਲ ਦਈਏ ਫਿਰ ਥੱਲੇ ਡਿੱਗ ਪੈਗੀ। ਇੱਕ ਆ ਵੱਲਾਂ ਹੁੰਦੀਆਂ ਨੇ ਕੱਦੂ ਦੀਆਂ, ਸਬਜ਼ੀ ਦੀਆਂ, ਲੋਕ ਉੱਤੇ ਚੜਾਉਂਦੇ ਨੇ, ਕੰਧ ਦਾ ਸਹਾਰਾ ਲੈ ਲੈਂਦੀ, ਕੰਧ ਤੇ ਚੜ ਜਾਂਦੀ, ਬੂਟੇ ਦਾ ਸਹਾਰਾ ਲੈਂਦੀ, ਬੂਟੇ ਸੜ ਜਾਂਦੀ ਹੈ, ਰੱਸੀ ਦਾ ਸਹਾਰਾ ਰੱਸੀ ਤੇ ਚੜ ਜਾਂਦੀ ਹੈ। ਤੇ ਜਦੋਂ ਮਨ ਨੇ ਸ਼ਬਦ ਨੂੰ ਪਕੜ ਲਿਆ ਤੇ ਸ਼ਬਦ ਤੇ ਆਇਆ ਸ਼ਬਦੀ ਤੋਂ, ਤੇ ਫਿਰ ਸ਼ਬਦੀ ਤੱਕ ਨਾ ਜਾਏਗਾ। ਸ਼ਬਦ ਸ਼ਬਦੀ ਤੋਂ ਆਇਆ ਹੈ, ਸ਼ਬਦ ਤੇ ਸ਼ਬਦੀ ਇੱਕੋ ਹੀ ਨੇ, ਨਾਮ ਤੇ ਨਾਮੀ ਇੱਕੋ ਹੀ ਨੇ। ਜਦੋਂ ਨਾਮ ਨਾਲ ਪਕੜਿਆ ਗਿਆ ਮਨ ਨਾਮੀ ਤੇ ਚਲਾ ਜਾਏਗਾ, ਉਸੇ ਵਕਤ ਇਹ ਨਾਮੀ ਵੱਲ ਚੱਲਣਾ ਸ਼ੁਰੂ ਹੋ ਜਾਏਗਾ, ਸ਼ਬਦੀ ਵੱਲ ਚੱਲਣਾ ਸ਼ੁਰੂ ਹੋ ਜਾਏਗਾ। ਤੇ ਸਤਿਗੁਰੂ ਅਗਲੀ ਪੰਕਤੀ ਵਿੱਚ ਸਮਝਾ ਰਹੇ, ਨਾਮ ਸੰਗ ਜਿਸ ਕਾ ਮਨ ਮਾਨਿਆ। ਫਿਰ ਮਹਾਰਾਜ ਕਹਿੰਦੇ ਮਨ ਜਦੋਂ ਮੰਨ ਗਿਆ ਨਾਮ ਨਾਲ, ਫਿਰ ਹੋਇਆ ਕੀ? ਨਾਨਕ ਨਾਨਕ ਤਿਨੈ ਨਿਰੰਜਨ ਜਾਣਿਆ। ਬਸ ਚੰਗੀ ਤਰ੍ਹਾਂ ਪਛਾਣ ਲਿਆ, ਪਛਾਣ ਕੇ ਫਿਰ ਜਾਣ ਲਿਆ। ਨਾਨਕ ਤਿਨੈ ਨਿਰੰਜਨ ਜਾਣਿਆ, ਉਹਨੇ ਪਰਮਾਤਮਾ ਨੂੰ ਜਾਣ ਲਿਆ। ਨਿਰੰਜਨ ਦਾ ਮਤਲਬ ਹੈ ਕਾਲਖ ਤੋਂ ਰਹਿਤ, ਮਾਇਆ ਦੇ ਤਿੰਨਾਂ ਗੁਣਾਂ ਤੋਂ ਰਹਿਤ। ਉਸਨੇ ਉਸ ਨਿਰੰਜਨ ਨੂੰ ਜਾਣ ਲਿਆ ਸ਼ਬਦ ਰਾਹੀਂ। ਕਾਹਦੇ ਨਾਲ ਜਾਣਿਆ? ਸ਼ਬਦ ਰਾਹੀਂ। ਨਾਮ ਨੇ ਇੰਟਰੋਡਿਊਸ ਕਰਾ ਦਿੱਤਾ ਨਾਮੀ ਨੂੰ। ਯਾਦ ਰੱਖਣਾ, ਗੁਰੂ ਇੰਟਰੋਡਿਊਸ ਕਰਾਂਦਾ ਪ੍ਰਮਾਤਮਾ ਨੂੰ, ਹੋਰ ਨਹੀਂ ਕੋਈ ਕਰਾ ਸਕਦਾ। ਤੇ ਗੁਰੂ ਕੀ ਹੈ? ਸ਼ਬਦ, ਨਾਮ। ਤੇ ਨਾਮ ਨੇ ਇੰਟਰੋਡਿਊਸ ਕਰਾਤਾ ਨਿਰੰਜਨ ਨੂੰ, ਤਾਂ ਹੀ ਤਾਂ ਨਿਰੰਜਨ ਨੂੰ ਜਾਣ ਲਿਆ। ਫਿਰ ਕੋਈ ਬੰਦਾ ਬਾਹਰੋਂ ਆਉਂਦਾ, ਤੁਸੀਂ ਆ ਜਦੋਂ ਸਹੀ ਮੈਨੇ ਵਿੱਚ ਜਿਹੜੀ ਆ ਪਰਿਵਾਰਾਂ ਵਿੱਚ ਮਿਲਣੀ ਦੀ ਰਿਵਾਇਤ ਹੋਈ ਸੀ ਨਾ, ਹੋਈ ਤੇ ਇਸ ਵਾਸਤੇ ਸੀ, ਪਰ ਹੁਣ ਤਾਂ ਕੁਝ ਹੋਰ ਹੋ ਗਿਆ ਚੱਕਰ। ਹੋਈ ਤੇ ਇਸ ਵਾਸਤੇ ਸੀ ਕਿ ਆਮ ਬਰਾਦਰੀ ਨੂੰ ਪਤਾ ਲੱਗ ਜਾਏ ਵੀ ਇਹ ਆਪਸ ਵਿੱਚ ਕੁੜਮਣੀਆਂ ਨੇ, ਇਹ ਆਪਸ ਵਿੱਚ ਲੜਕੀ ਦਾ ਬਾਪ ਤੇ ਮੁੰਡੇ ਦਾ ਬਾਪ ਨੇ, ਇਹ ਆਪਸ ਵਿੱਚ ਚਾਚੇ ਨੇ। ਇਹ ਸੀ ਮਕਸਦ ਸਹੀ ਮੈਨਿਆਂ ਵਿੱਚ। ਇਹ ਮਾਸੀਆਂ ਨੇ, ਇਹਨੂੰ ਕਹਿੰਦੇ ਸਨ ਮਿਲਣੀ। ਪਰ ਹੁਣ ਤੇ ਵੀ ਮਿਲਣੀ ਭਾਵੇਂ ਕਹੇ ਜੰਜੀਰੀ ਨਾਲ ਮਿਲਣਾ, ਹੁਣ ਤੇ ਹੁਣ ਬੰਦੇ ਨਹੀਂ, ਕੋਈ ਮਿਲਣੀ ਨਹੀਂ। ਆਪਸ ਵਿੱਚ ਮਨ ਭਾਵੇਂ ਮਿਲੇ ਨਾ ਮਿਲੇ, ਜੰਜੀਰੀ ਮਿਲੇ, ਲੜੀ ਮਿਲੇ, ਮਨ ਭਾਵੇਂ ਨਹੀਂ ਮਿਲਦਾ ਨਾ ਮਿਲੇ। ਹੁਣ ਇਹ ਗੱਲ ਹੈ, ਮਨ ਭਾਵੇਂ ਲੜਦਾ ਪਰ ਲੜੀ ਮਿਲਣੀ ਚਾਹੀਦੀ ਹੈ। ਮੈਂ ਤਾਂ ਕਈ ਵਾਰੀ ਕਹਿਣਾ ਹੁੰਦਾ ਵੀ ਜਿਹੜੀ ਮਿਲਣੀ ਲੜੀਆਂ ਤੋਂ ਸ਼ੁਰੂ ਹੁੰਦੀ ਹੈ ਤੇ ਉਹ ਸੁਲ੍ਹਾ ਕਿਵੇਂ ਹੋਏਗੀ? ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਰਹਿਮਤ ਕਰਨ। ਤਾਂ ਸਤਿਗੁਰੂ ਇਹ ਬਚਨ ਕਹਿ ਰਹੇ ਨੇ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਵੀ ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਜਦੋਂ ਨਾਮ ਨਾਲ ਮਨ ਮੰਨ ਜਾਏਗਾ ਤੁਹਾਡਾ ਜਾਂ ਮੇਰਾ, ਕਿਸੇ ਦਾ ਵੀ, ਨਿਰੰਜਨ ਨੂੰ ਜਾਣਨ ਵਿੱਚ ਦੇਰ ਨਹੀਂ ਲੱਗੇਗੀ। ਕੋਈ ਬੰਦਾ ਬਾਹਰੋਂ ਆਉਂਦਾ, ਉਹ ਇੰਟਰੋਡਿਊਸ ਕਰਾਂਦਾ ਮੈਨੂੰ, ਤੁਹਾਨੂੰ ਇਹ ਫਲਾਣੇ ਨੇ, ਇਹ ਫਲਾਣੇ ਨੇ। ਜਦੋਂ ਗੁਰੂ ਦਾ ਸ਼ਬਦ ਮਨ ਪਕੜ ਲੈਂਦਾ, ਫਿਰ ਮਨ ਨੂੰ ਆਪੇ ਇੰਟਰੋਡਿਊਸ ਕਰਾ ਦਿੰਦਾ ਉਹ ਨਾਮੀ। ਬਸ। ਤੇ ਮਨ ਦੀ ਸਾਰੀ ਖੇਡ ਹੈ, ਮਨ ਨਾਲ ਹੀ ਸਾਰਾ ਜਨਮ ਮਰਨ ਹੈ, ਮਨ ਨਾਲ ਸਾਰਾ ਸੰਸਾਰ ਹੈ, ਮਨ ਨਾਲ ਸਾਰੇ ਵਿਕਾਰ ਨੇ। ਮਨ ਨੇ ਉਹਨੂੰ ਜਾਣ ਲਿਆ, ਬਸ। ਉਹ ਤਾਂ ਗੁਰੂ ਸਾਹਿਬ ਕਹਿ ਰਹੇ ਨੇ, ਕਿਰਪਾ ਕਰ ਰਹੇ ਨੇ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ। ਉਸਨੇ ਪ੍ਰਮਾਤਮਾ ਨੂੰ ਜਾਣ ਲਿਆ ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਕਾਲਖ ਤੋਂ ਪਰੇ ਹੈ। ਉਹਨੂੰ ਕਹਿੰਦੇ ਨੇ ਨਿਰੰਜਨ। ਅੰਜਨ ਮੈਨੇ ਕਾਲਖ ਵੀ ਹੁੰਦਾ, ਸੁਰਮਾ ਵੀ ਹੁੰਦਾ, ਪਰ ਇੱਥੇ ਕਾਲਖ ਹੈ। ਨਿਰੰਜਨ ਕਾਲਖ ਤੋਂ ਰਹਿਤ। ਜਿਹੜਾ ਪ੍ਰਮਾਤਮਾ ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ, ਕਾਲਖ ਤੋਂ ਰਹਿਤ ਹੈ, ਰਜੋ ਗੁਣੀ, ਤਮੋ ਗੁਣੀ, ਸਤੋ ਗੁਣੀ ਤੋਂ ਪਰੇ ਹੈ, ਉਸ ਨੂੰ ਜਾਣ ਲਿਆ ਉਸ ਜੀਵ ਨੇ, ਜਿਸ ਨੇ ਗੁਰੂ ਦੀ ਕਿਰਪਾ ਨਾਲ ਨਾਮ ਨਾਲ ਆਪਣੇ ਸੰਬੰਧ ਜੋੜਦਾ ਹੈ। ਜਦੋਂ ਮਨ ਨਾਮ ਨਾਲ ਜੁੜ ਗਿਆ, ਉਸੇ ਵੇਲੇ ਗੁਰੂ ਦੀ ਕਿਰਪਾ ਉਹਨੇ ਨਿਰੰਜਨ ਨੂੰ ਜਾਣ ਲਿਆ, ਆਪਣੇ ਸਰੂਪ ਨੂੰ ਜਾਣ ਲਿਆ। ਹਾਂਜੀ ਕਰੋ। ਗੁਰ ਪ੍ਰਸਾਦ ਆਪਨ ਆਪ ਸੁਝੈ। ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਤੇ ਚੌਥੇ ਪਦੇ ਦੀ ਪਹਿਲੀ ਪੰਕਤੀ ਅੰਦਰ ਐਸੀ ਰਮਜ ਦੀ ਗੱਲ ਸਤਿਗੁਰੂ ਨੇ ਕਹਿ ਦਿੱਤੀ, ਗੁਰ ਪ੍ਰਸਾਦ। ਪ੍ਰਸਾਦ ਦੇ ਦੱਦੇ ਨੂੰ ਸਿਆਰੀ ਹੈ ਗੁਰੂ ਦੀ ਕਿਰਪਾ ਦੁਆਰਾ।
याद रखना, दूसरे नूं जानन वास्ते शायद गुरु की कृपा दी लोग कोई कहे भी घट लोड़ है तो मन लांगे, पर अपना आप बगैर गुरु की कृपा तो कभी भी नहीं जानिया जा सकता। अपने आप की पहचान गुरु की कृपा तो नहीं बगैर नहीं हो सकती। दूसरे की पहचान है तो उहदी जोत ही अंदर जिहदे नाल कर रहे हैं, पर आम तौर पर संसार की जेकर इलम विद्या पढ़नी होवे, संसार में किसी को पछाणना होवे तो बंदा संसारी विद्या पढ़ के पछाण सकता है, पर गुरु की कृपा तो बगैर अपने आप को नहीं पछाण सकता। असीं संसार में जाने व्यवहार में चीज़ां पछाणने ते गुरु संसार के दिते हुए इलम नाल शिक्षा नाल पछाण लैंदे आ। जेड़े नहीं भी पढ़े वो भी पछाण लैंदे ने कोई ना कोई चीज़। पर परमार्थ विच परमेश्वर अपने आप को पछाणना गुरु की कृपा का विषय, इस तो बगैर नहीं पछाणिया जाता। अपने आप को पछाणना मैं कौन हाँ, अज तक अपने आप की पछाण नहीं हो रही। अपने आप की पहचान जिन्होंने हो गई है उन्होंने चरणों में नमस्कार है। अज तक यही नहीं पता लगा मैं कौन हाँ अपने आप का। कंप्यूटर भी पढ़ गया, मेडिकल भी पढ़ गया, इंजीनियरिंग भी पढ़ गया, पर अपने आप को नहीं पढ़ सकिया। अपने आप को नहीं पढ़ सकिया क्यों? अपना आप गुरु की कृपा तो बगैर नहीं पछाणिया जा सकता। ते तुसी हैरान होवोगे जदों बंदा अपने आप को पछाणदा है फिर उहदे सिम्पटम की ने, उहदी पहचान की है। असीं कहने आ मेरा हथ, कदी किसी ने आख्या मैं हथ? इहदा मतलब है तू हथ नहीं। असीं कह सकते हैं मेरी गड़वी, इहदा मतलब गड़वी हो रहे तो मैं हो रहा। असीं कहने मेरा वाजा, वाजा हो रहे तो मैं हो रहा, कुदरती गल है। मेरी दुकान, दुकान हो रहे तो मैं हो रहा। मेरी स्त्री, स्त्री हो रहे तो मैं हो रहा। मेरा पति, पति हो रहे तो मैं हो रहा। मेरा पुत्र, पुत्र हो रहे तो मैं हो रहा। फिर मैं की हाँ? कदी किसी ने नहीं आख्या मैं पुत्र, कदी किसी ने नहीं आख्या मैं नू। हमेशा लोग कहते हैं मेरी नू, भी नू हो रहे तो फिर मैं हो रहा। फिर मैं कौन हाँ? यही नहीं समझ आ रही मैं कौन हाँ। होर नेड़े आ जाइए, असीं कहने मेरा हथ, इसका मतलब हथ कुछ हो रहे तू कुछ हो रहे। जिस तरह मेरी दुकान, दुकान कुछ हो रहे, उस तरह तू कुछ हो रहे।